सतगुरां दी साजी निवाजी गुरु रूप प्यारी साध संगत जी। अकाल पुरख ने बख्शिश कीती है परमात्मा दे नाम सिमरन बंदगी करके जीवन दे कुछ लाहे प्राप्त करन दा सुभाग समा प्राप्त होया है। अकाल पुरख दी जिन्हां दे उपर सवाली नज़र हुंदी है, उन्हां नूं किसी भी शहर बाजार दे अंदरों पुछना नहीं पैंदा कि साडे वड्डे भाग किस दिन होने हन। जिहड़ा मनुख परमेश्वर दे निरंतर लगातार चरना कमलों की हाज़री भरदा है, वड्डे भागां कर्मां सदका ही सतगुरां दा जस करन दा सुनन दा सुभाग समा मिलदा है। साहिब श्री गुरु नानक देव साहिब जी महाराज उन्हां दे मुखारविंद विचों उचारण कीती हुई पवित्र गुरबाणी जिहड़ी हर एक मनुख नूं पल पल ते बड़े वड्डे वड्डे ज्ञान बख्शिश करदी है। गुरु दे शब्द दे विच करोड़ां ब्रह्मंडां दा ज्ञान छुपिया है। सतगुरु महाराज जी अपनी बख्शिश दे नाल मनुख नूं दुनियादारी दे विच विचरना किवें है, नाम तान इकट्ठा किवें करना है, ये सारा कुछ समझाउंदे हन। पर कुछ मनुख बद वक्त हुंदे ने बद वक्त किहड़े मनुख ने, जिहड़े मनुख किसे नूं दुखी देख के आप सुखी हुंदे हन। बद वक्त गाफिल बेनीज बेवाक नानक बगोजद जन तुरां तेरे चरणां पा खाक। गुरु नानक देव साहिब जी महाराज किसे दी मौत दे विचों बद वक्त मनुख अपनी जिंदगी लभदे ने, किसे दे रोने दे विचों बद वक्त मनुख अपने हासे लभदे ने। और जिहड़े ये बद वक्त मनुख ने, इन्हां दा जीवन बड़ा ही कठोर भरिया हुंदा है, कठोरता वाला जीवन हुंदा है। एक मनुख दा जीवन कोमल है, एक दा जीवन कठोरता दे नाल भरिया होया है। जा ते मनुख बड़ा कठोर है, जा मनुख दा जीवन बड़ा कोमल हिरदे वाला है। मनुखता ने अपने अंदर बड़ी कठोरता दे नाल कह रहा है कि मैं संसार दे विच ऐ कुछ कीता, ऐ कुछ कर रहा, आउण वाले समय विच करांगा।
ਜਿੱਥੇ ਮੈਂ ਸ਼ਬਦ ਆ ਜਾਂਦਾ ਹੈ, ਉੱਥੇ ਤੂੰ ਸ਼ਬਦ ਨਹੀਂ ਆਵੇਗਾ। ਔਰ ਇਹਨਾਂ ਕਈ ਚੀਜ਼ਾਂ ਦਾ ਮਿਲਾਪ ਹੈ ਜਿਹੜਾ, ਇਹ ਕਦੇ ਹੁੰਦਾ ਨਹੀਂ ਹੈ, ਕੁਦਰਤੀ ਨਿਯਮ ਹੈ। ਕੁਦਰਤੀ ਨਿਯਮਾਂ ਦੇ ਵਿੱਚ ਕੀ ਹੈ ਕਿ ਜਿੱਥੇ ਚਾਨਣਾ ਹੈ ਉੱਥੇ ਅੰਧਕਾਰ ਨਹੀਂ ਹੈ, ਜਿੱਥੇ ਹਨੇਰਾ ਹੈ, ਅੰਧਕਾਰ ਹੈ, ਉੱਥੇ ਚਾਨਣਾ ਨਹੀਂ ਹੈ। ਜਿੱਥੇ ਦੁੱਖ ਹੈ ਉੱਥੇ ਸੁੱਖ ਇੱਕ ਪਾਸੇ ਲਾਂਭੇ ਹੋ ਜਾਂਦੇ ਨੇ, ਜਿੱਥੇ ਸੁੱਖ ਨੇ ਉੱਥੇ ਦੁੱਖ ਇੱਕ ਪਾਸੇ ਲਾਂਭੇ ਹੋ ਜਾਂਦੇ ਨੇ। ਦਿਨ ਹੈ, ਰਾਤ ਇੱਕ ਪਾਸੇ ਲਾਂਭੇ ਹੋ ਜਾਂਦੀ ਹੈ, ਰਾਤ ਹੈ, ਦਿਨ ਲਾਂਭੇ ਹੋ ਜਾਂਦਾ ਹੈ। ਸੁਗੰਧ ਹੈ, ਦੁਰਗੰਧ ਇੱਕ ਪਾਸੇ ਹੋ ਜਾਂਦੀ ਹੈ, ਦੁਰਗੰਧ ਹੈ, ਸੁਗੰਧ ਇੱਕ ਪਾਸੇ ਹੋ ਜਾਂਦੀ ਹੈ। ਚੰਗਾ ਹੈ, ਮਾੜਾ ਇੱਕ ਪਾਸੇ ਹੋ ਜਾਂਦਾ ਹੈ, ਮਾੜਾ ਹੈ, ਚੰਗਿਆਈ ਇੱਕ ਪਾਸੇ ਹੋ ਜਾਂਦੀ ਹੈ। ਕੁਦਰਤੀ ਨਿਯਮਾਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਜਿਹੜੇ ਮਨੁੱਖਤਾ ਦੇ ਜੀਵਨ ਅੰਦਰ ਤੋਂ ਮੈਂ ਸ਼ਬਦ ਹੈ, ਉਹਨਾਂ ਦੇ ਜੀਵਨ ਦੇ ਅੰਦਰ ਕਦੇ ਵੀ ਤੂੰ ਸ਼ਬਦ ਆਵੇਗਾ ਨਹੀਂ। ਜਿਨ੍ਹਾਂ ਦੇ ਅੰਦਰ ਮੈਂ ਹੈ, ਕਿਉਂਕਿ ਚਾਨਣੇ ਦੇ ਵਿੱਚ ਚਾਨਣਾ ਸਮਾ ਸਕਦਾ ਹੈ, ਹਨੇਰੇ ਦੇ ਵਿੱਚ ਹਨੇਰਾ ਸਮਾ ਸਕਦਾ ਹੈ, ਪਰ ਚਾਨਣੇ ਦੇ ਵਿੱਚ ਹਨੇਰਾ ਨਹੀਂ ਸਮਾ ਸਕਦਾ, ਹਨੇਰੇ ਦੇ ਵਿੱਚ ਚਾਨਣਾ ਨਹੀਂ ਸਮਾ ਸਕਦਾ। ਜਿਹੜੇ ਮਨੁੱਖ ਦੇ ਅੰਦਰ ਮੈਂ ਹੈ, ਉਹਦੇ ਵਿੱਚ ਤੂੰ ਸ਼ਬਦ ਕਦੇ ਸਮਾ ਨਹੀਂ ਸਕਦਾ। ਜਿਨ੍ਹਾਂ ਦੇ ਅੰਦਰ ਤੂੰ ਸ਼ਬਦ ਹੈ, ਉਹਨਾਂ ਦੇ ਅੰਦਰ ਕਦੇ ਮੈਂ ਆਪਣਾ ਘਰ ਨਹੀਂ ਕਰ ਸਕਦਾ। ਚਾਨਣੇ ਦੇ ਵਿੱਚ ਚਾਨਣਾ ਸਮਾ ਜਾਂਦਾ ਹੈ, ਹਨੇਰੇ ਦੇ ਵਿੱਚ ਹਨੇਰਾ ਸਮਾ ਜਾਂਦਾ ਹੈ, ਪਰ ਇਹਨਾਂ ਦਾ ਆਪਸੀ ਮੇਲ ਨਹੀਂ ਹੈ। ਕੁਦਰਤੀ ਨਿਯਮਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਇੰਜ ਬੱਝੀ ਹੋਈ ਹੈ। ਮਨੁੱਖਤਾ ਦਾ ਵੀ ਜੀਵਨ ਜਿਹੜਾ ਹੈ ਉਹ ਵੀ ਐਸਾ ਹੀ ਹੈ। ਜਿਨ੍ਹਾਂ ਦੇ ਅੰਦਰ ਮੈਂ ਸ਼ਬਦ ਹੈ, ਉਹਨਾਂ ਦੇ ਤੂੰ ਨਹੀਂ ਜਾਂਦਾ। ਜਿਨ੍ਹਾਂ ਦੇ ਅੰਦਰ ਤੂੰ ਸ਼ਬਦ ਹੈ, ਕਰੋੜਾਂ ਯਤਨ ਦੁਨੀਆ ਕਰੇ, ਉਹਨਾਂ ਦੇ ਅੰਦਰ ਕਦੇ ਮੈਂ ਸ਼ਬਦ ਨਹੀਂ ਜਾਵੇਗਾ। ਇਹ ਤੇ ਕੁਦਰਤੀ ਨਿਯਮ ਨੇ। ਜਿਹੜਾ ਮਨੁੱਖ ਅੰਦਰੋਂ ਕਠੋਰ ਹੈ, ਉਹਨਾਂ ਦੇ ਅੰਦਰ ਕਦੇ ਕੋਮਲਤਾ ਨਹੀਂ ਜਾਵੇਗੀ। ਜਿਨ੍ਹਾਂ ਦੇ ਅੰਦਰੋਂ ਜਿਹੜੇ ਕੋਮਲ ਨੇ, ਉਹਨਾਂ ਦੇ ਅੰਦਰ ਕਦੇ ਕਠੋਰਤਾ ਨਹੀਂ ਜਾਵੇਗੀ। ਤੂੰ ਤੂੰ ਕਰਤਾ ਤੂੰ ਰਹਾ, ਮੁਝ ਮੈਂ ਰਹਾ ਨਾ ਹੂੰ। ਜਾ ਵਿਆਪਾ ਪਰਖਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਿੱਥੇ ਮੈਂ ਸ਼ਬਦ ਹੈ, ਉੱਥੇ ਤੂੰ ਕੌਣ ਹੈ ਇੱਕ ਲਾਂਭੇ ਹੋ ਜਾਂਦਾ ਹੈ। ਜਿੱਥੇ ਪਰਮਾਤਮਾ ਪ੍ਰਤੀ ਮਨੁੱਖ ਸੁਚੇਤ ਹੈ, ਕਹਿ ਦਿੰਦਾ ਹੈ ਕਿ ਜੋ ਕੁਛ ਕੀਤਾ ਹੈ ਪਰਮਾਤਮਾ ਕਰ ਰਿਹਾ ਹੈ, ਪਰਮਾਤਮਾ ਦੇ ਪ੍ਰਤੀ ਵਰਤ ਰਿਹਾ ਸ਼ਬਦ, ਤਾਂ ਉੱਥੇ ਕਦੇ ਮੈਂ ਨਹੀਂ ਆਉਂਦੀ। ਮਨੁੱਖ ਇਹਨਾਂ ਦੋਨਾਂ ਗੱਲਾਂ ਦੇ ਵਿਚਕਾਰ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ। ਕਦੀ ਤੇ ਪਰਮਾਤਮਾ ਨੂੰ ਕਹਿੰਦਾ ਕਿ ਪਰਮਾਤਮਾ ਜੋ ਕੁਛ ਕੀਤਾ ਹੈ, ਜੋ ਕੁਛ ਕਰ ਰਿਹਾ ਹੈ, ਜੋ ਕੁਛ ਕਰੇਗਾ, ਸਿਰਫ ਤੂੰ ਕਰਦਾ ਹੈ।
ਐਸਾ ਨਹੀਂ ਹੈ ਕਿ ਮਨੁੱਖ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਹੈ, ਪਰ ਜਦ ਇਹਨੂੰ ਕੋਈ ਸਮਾਂ ਪਰਮਾਤਮਾ ਬਖਸ਼ ਦਿੰਦਾ ਹੈ ਤੇ ਫਿਰ ਇਸ ਦੇ ਅੰਦਰ ਮੈਂ ਪ੍ਰਗਟ ਹੋ ਜਾਂਦਾ ਹੈ। ਭਾਵ ਇਸ ਦੇ ਅੰਦਰ ਕਠੋਰਤਾ ਪੈਦਾ ਹੋ ਜਾਂਦੀ ਹੈ। ਅੰਦਰੋਂ ਕਠੋਰ ਕੌਣ ਹੈ, ਅੰਦਰੋਂ ਕੋਮਲ ਕੌਣ ਹੈ, ਅੰਦਰੋਂ ਦੁਸ਼ਟ ਕੌਣ ਹੈ, ਅੰਦਰੋਂ ਸੰਤ ਕੌਣ ਹੈ, ਇਹਦੀ ਪਹਿਚਾਨ ਬਹੁਤ ਜਲਦੀ ਹੋ ਜਾਂਦੀ ਹੈ। ਇਹਨਾਂ ਦੀ ਪਹਿਚਾਨ ਕਿਵੇਂ ਹੋਵੇਗੀ? ਕਠੋਰ ਮਨੁੱਖ ਦੁਨੀਆ ਦੇ ਸਿਰ 'ਤੇ ਬੈਠਣ ਦੇ ਯਤਨ ਕਰੇਗਾ, ਕੋਮਲ ਮਨੁੱਖ, ਮਹਾਤਮਾ ਮਨੁੱਖ ਦੁਨੀਆ ਦੇ ਪੈਰਾਂ ਵਿੱਚ ਬੈਠਣ ਦੇ ਯਤਨ ਕਰੇਗਾ। ਕਠੋਰ ਮਨੁੱਖ ਦੁਨੀਆ ਦੇ ਸਿਰ 'ਤੇ ਬੈਠਣ ਦੇ ਯਤਨ ਕਰਦਾ ਹੈ, ਬੈਠੇ ਵੀ ਨੇ, ਆਪਣਾ ਕ੍ਰੋਧ ਲੈ ਕੇ, ਹੰਕਾਰ ਲੈ ਕੇ, ਮੈਂ ਸ਼ਬਦ ਲੈ ਕੇ ਇਹ ਦੁਨੀਆ ਦੇ ਸਿਰ 'ਤੇ ਬੈਠੇ ਨੇ। ਔਰ ਇਹਨਾਂ ਦਾ ਭਾਰ ਇੰਨਾ ਦੁਨੀਆ ਦੇ ਸਿਰ 'ਤੇ ਵੱਧ ਜਾਂਦਾ ਹੈ ਕਿ ਬਹੁਤੀਆਂ ਦੁਨੀਆ ਦੇ ਵਿੱਚ ਇਹਨਾਂ ਨੇ ਚੰਗੇ ਮਨੁੱਖਾਂ ਦੀਆਂ ਧੌਣਾਂ ਤੋੜ ਦਿੱਤੀਆਂ ਨੇ। ਕਿਉਂਕਿ ਚੰਗੇ ਮਨੁੱਖ ਆਪਣੀ ਚੰਗਿਆਈ ਦੀ ਸਾਂਭ ਸੰਭਾਲ ਕਰਦੇ ਨੇ, ਇਹ ਦੁਸ਼ਟ ਮਨੁੱਖ ਉਹਨਾਂ ਦੇ ਸਿਰ 'ਤੇ ਬੈਠ ਜਾਂਦੇ ਨੇ। ਕੋਮਲ ਮਨੁੱਖ ਦੀ, ਕਠੋਰ ਮਨੁੱਖ ਦੀਆਂ ਇਹ ਨਿਸ਼ਾਨੀਆਂ ਨੇ। ਕੋਮਲ ਮਨੁੱਖ ਨੂੰ ਕੁਝ ਵੀ ਕਹੀਏ ਹਮੇਸ਼ਾ ਨਿਮਰਤਾ ਦੇ ਵਿੱਚ ਰਹਿੰਦਾ ਹੈ, ਸੰਤ ਬਿਰਤੀ ਦੇ ਵਿੱਚ ਰਹਿੰਦਾ ਹੈ, ਦੁਨੀਆ ਦੇ ਪੈਰਾਂ ਵਿੱਚ ਬੈਠਣ ਦੇ ਯਤਨ ਕਰਦਾ ਹੈ। ਉਹ ਦੁਨੀਆ ਦੇ ਸਿਰ 'ਤੇ ਨਹੀਂ ਬੈਠਦਾ। ਜਿਹੜੇ ਮਨੁੱਖ ਦੇ ਅੰਦਰ ਮੈਂ ਹੈ, ਬਹੁਤਾ ਅੰਦਰੋਂ ਕਠੋਰ ਹੈ, ਉਹਨੂੰ ਜਦ ਵੀ ਸਮਾਂ ਮਿਲਦਾ ਹੈ ਉਹ ਦੂਸਰੇ ਦੇ ਸਿਰ 'ਤੇ ਬੈਠ ਜਾਂਦਾ ਹੈ ਕਿ ਤੂੰ ਕੌਣ ਹੈ, ਮੈਂ ਤੇਰੇ ਨਾਲੋਂ ਬਹੁਤ ਜ਼ਿਆਦਾ ਸਿਆਣਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਜਿਤਨੇ ਵੀ ਭਗਤ ਨੇ, ਭਗਤਾਂ ਦੀ ਗੁਰਬਾਣੀ ਹੈ। ਇਹ ਸਾਰੇ ਦੇ ਸਾਰੇ ਭਗਤ ਇਤਨੇ ਨਿਮਰਤਾ ਦੇ ਪੁੰਜ ਸਨ, ਇਤਨੇ ਨਿਮਰਤਾ ਦੇ ਪੁੰਜ ਸਨ ਕਿ ਕਦੀ ਵੀ ਇਹਨਾਂ ਨੇ ਦੁਨੀਆ ਦੇ ਸਿਰ 'ਤੇ ਬੈਠਣ ਦੇ ਯਤਨ ਨਹੀਂ ਕੀਤੇ, ਕਦੀ ਨਹੀਂ ਬੈਠੇ। ਜਦ ਦੁਨੀਆ ਆਪਣੇ ਕ੍ਰੋਧ ਵਸ ਹੋ ਕੇ ਇਹਨਾਂ ਦੇ ਸਿਰ 'ਤੇ ਬੈਠਣ ਦੇ ਪੂਰਨ ਯਤਨ ਦੁਨੀਆ ਨੇ ਕੀਤੇ ਨੇ। ਧੰਨ ਭਗਤ ਰਵਿਦਾਸ ਜੀ ਜਿਨ੍ਹਾਂ ਦੀ ਸ਼੍ਰੋਮਣੀ ਭਗਤ ਰਵਿਦਾਸ ਜੀਆਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦੀ ਉਮਰ ਵਡੇਰੀ ਸੀ। ਬਹੁਤ ਸਾਰੇ ਗੁਰਬਾਣੀ ਦੇ ਵਿੱਚ ਇਹਨਾਂ ਦੇ ਸ਼ਬਦ ਦਰਜ ਨੇ ਔਰ ਇਹਨਾਂ ਦੇ ਸ਼ਬਦ ਜਿਹੜੇ ਨੇ ਇਕੱਲਾ ਇਕੱਲਾ ਸ਼ਬਦ ਹਰ ਇੱਕ ਮਨੁੱਖ ਦੇ ਹਿਰਦੇ ਨੂੰ ਕੋਮਲਤਾ ਬਖਸ਼ਦਾ ਹੈ। ਵੈਸੇ ਤੇ ਸਾਰੀ ਗੁਰਬਾਣੀ ਦੇ ਜਿਤਨੇ ਸ਼ਬਦ ਨੇ ਇਹ ਮਨੁੱਖ ਨੂੰ ਹਮੇਸ਼ਾ ਕੋਮਲਤਾ ਬਖਸ਼ਦੇ ਨੇ। ਅੰਦਰੋਂ ਮਨੁੱਖ ਕੋਮਲ ਹੋ ਜਾਂਦਾ ਹੈ, ਭਾਵ ਅੰਦਰੋਂ ਮਨੁੱਖ ਇਤਨਾ ਨਿਮਰਤਾ ਦੇ ਵਿੱਚ ਆ ਜਾਂਦਾ ਹੈ, ਇਤਨੀ ਨਿਮਰਤਾ ਦੇ ਵਿੱਚ ਆ ਜਾਂਦਾ ਹੈ ਕਿ ਬਿਲਕੁਲ ਉਹਨੂੰ ਕਣ ਕਣ ਦੇ ਵਿੱਚੋਂ ਪਰਮੇਸ਼ਰ ਦਾ ਰੂਪ ਨਜ਼ਰ ਆਉਣ ਲੱਗ ਜਾਂਦਾ ਹੈ। ਬੜੀ ਕੋਮਲਤਾ ਉਹਨਾਂ ਦੇ ਅੰਦਰ। ਸਾਰੀ ਗੁਰਬਾਣੀ ਦੇ ਸ਼ਬਦ ਅਗਰ ਵਾਈਜੇ ਗੁਰਬਾਣੀ ਪੜ੍ਹਨ ਵਾਲਾ ਮਨੁੱਖ, ਗੁਰਬਾਣੀ ਸੁਣਨ ਵਾਲਾ ਮਨੁੱਖ
हजे तक अंदरों कोमलता नहीं आई तो समझ लेना कि हजे तक गुरबाणी दे नाल 1% भी संधि नहीं है। ये तो मनना पवेगा कि हजे तक गुरबाणी दे नाल साडा नेहो नहीं जुड़िया। 26 साल की तपस्या तो बाद बाबा फरीद जी कहते ने, ऐ मेरे अल्लाह ताला, जरूर मेरे विच कोई ना कोई बहुत वड्डी घाट है, जिहड़ी घाट कारण करके तू मेरे सामने प्रगट नहीं हो रहा। मेरे विच घाट है, तेरे विच नहीं है, मेरे विच है। इतने तपस्या करन तो बाद भी हजे तक मनुख दे अंदर कोमलता नहीं है। हिरदा बिल्कुल कठोरता दे नाल भरिया होया है, बिल्कुल पत्थर दिल ने। गजब दी गल है कि रविदास भगत जी जद अपना चौंकड़ा ला के जुत्तियां गंढदे सन, किसी भी मनुख दे वो मुखड़े वल नहीं तकदे सन, बिल्कुल उन्हां दे पैरां दे विच उन्हां दी नज़र हुंदी सी। इतनी निमरता उन्हां दे विच सी। हालांकि परमेश्वर दे भगवान दे अकाल पुरख दे दरबार दे विच ते प्रवान हो चुके सन, फिर भी उन्हां दे विच इतनी वड्डी निमरता सी। नागर जना मेरी जात विख्यात चमारंग, ये जिहड़ा चमार शब्द है ये पुरातन जिहड़ा शब्द चलिया हुंदा सी ना, पुरातन जिमें असीं गुरु नानक दी गुरबाणी नूं पढ़दे हैं कि खत्तरी ब्राह्मण सूद वैस, ये किस नूं कहा जाता सी पुरातन समयां दे विच। आपां इन्हां पहलां वाले दिनां विच ये सरवण कीता है। उन्हां समयां दे विच ना जिहड़े मनुख अजोके समय दे विच जिहड़े मनुख चम दी परख करदे ने, उन्हां नूं चमार कहा जा सकदा है, चम दी परख करन वाले नूं। ते चम दी परख ते सारे ही करदे ने, कौन गोरा है कौन चिट्टा है, किस दा रंग फिक्का है किस दा रंग काला है, किस दा रंग वखो वखरे रंग दुनिया देखदी है। और कल्ला अपना रंग रूप दुनिया देखदी थोड़ो है, इन्हां नूं बदलण दे भी यतन करदे ने। जिहड़े परमात्मा ने दो शिंगार लाए ने, मिठा बोलना मिठा बोलै निभ चलै, सेजै रवै पधार, ये दो शिंगार परमात्मा ने बंदे नूं खुद लाए होए ने। मिठा बोलना, न्यों के जग चलना, ये दो शिंगार परमात्मा ने लाए हुए ने। ते बंदा होर शिंगार ला ला के अपनी देही नूं बदलण दे यतन करदा है। जिहो जे परमात्मा ने बख्शिया रंग रूप वैसा मनुख नहीं रखना चाहुंदा, इस नूं बदलण दे यतन करदा है कि मैं इस चम है जिहड़ा मेरा खलड़ी है जिहड़ी, इनू मैं बदल देवां, बदलां ताकि दुनिया मैनू बहुत चंगा आखे। ते चम दी परख ते सारे करदे ने, चम दी परख करन वाला चमार हो सकदा है। चम दी परख करदे ने सारे। ऐलानिया अष्टबक्कर ने राजे दे दरबार दे विच कहा सी, जदों अष्टबक्कर जी दरबार दे विच गए ना, जिहड़े उत्थे वड्डे वड्डे विद्वान लोग राजे ने कैदी बना के रखे सन कि मेरे सवाल का जवाब दिओ। जिन्हां तो जवाब नहीं आउंदा सी उन्हां नूं चक के राजा जेल विच डक दिंदा सी। वो सारे दे सारे जेलर कैदी सी जिहड़े दरबार दे विच सी। जदों अष्टबक्कर गया, अष्टबक्कर नूं देख के उन्हां सारे विद्वानां ने उच्ची उच्ची हसना शुरू कर दिता भी ये हुण राजे दे सवाल का जवाब देऊगा। अष्टबक्कर उहदा जदों तुरदा सी
ਸਰੀਰ ਦੇ ਵਿੱਚ 8 ਬਲ ਪੈਂਦੇ ਸਨ। 8 ਬਲ ਪੈਂਦੇ ਸਨ। ਤੇ ਜੇ ਕੋਈ ਮਨੁੱਖ ਤੁਰਿਆ ਜਾਂਦਾ ਹੋਵੇ, ਉਹਦੇ ਸਰੀਰ ਦੇ ਵਿੱਚ 8 ਬਲ ਪੈਂਦੇ ਹੋਣ, ਤੇ ਦੁਨੀਆ ਕਦੇ ਉਹਦਾ ਮਜ਼ਾਕ ਉਡਾਉਣੋਂ ਬਾਝ ਆਉਂਦੀ ਹੈ? ਉਡਾਉਂਦੇ ਨੇ ਮਜ਼ਾਕ, ਮਜ਼ਾਕ ਉਡਾਉਂਦੇ ਨੇ। ਸਾਰੇ ਉਹ ਜੇਲਰ ਵਿਦਵਾਨ ਸੀ ਜਿਹੜੇ ਸਾਰੇ ਹੱਸ ਪਏ। ਅਸ਼ਟਵਕਰ ਰਾਜੇ ਨੂੰ ਪੁੱਛਣ ਲੱਗਿਆ, ਕਹਿੰਦੇ ਕੌਣ ਲੋਕ ਨੇ? ਕਹਿੰਦਾ ਜੀ ਮੈਂ ਜਿਹੜੇ ਸਵਾਲਾਂ ਦੇ ਜਵਾਬ ਪੁੱਛੇ ਸਨ, ਉਹ ਸਵਾਲ ਦਾ ਜਵਾਬ ਇਹਨਾਂ ਤੋਂ ਨਹੀਂ ਦਿੱਤਾ ਗਿਆ। ਇਹ ਵਿਦਵਾਨ ਲੋਕ ਨੇ, ਕਵੀ ਲੋਕ ਨੇ, ਜਿਹੜੀ ਆਪਣੇ ਕਲਮ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਲੋਕਾਂ ਨੂੰ ਕੁਝ ਨਾ ਕੁਝ ਸਮਝਾਉਂਦੇ ਰਹਿੰਦੇ ਨੇ। ਇਹ ਵਿਦਵਾਨ ਲੋਕ ਨੇ। ਰਾਜੇ ਨੂੰ ਅਸ਼ਟਵਕਰ ਨੇ ਕਹਿ ਦਿੱਤਾ ਸੀ, ਇਹ ਮੇਰਾ ਸਿਰਫ ਤੇ ਸਿਰਫ ਮਾਸ ਦੇਖ ਕੇ, ਮੇਰਾ ਚੰਮ ਦੇਖ ਕੇ, ਮੇਰਾ ਤਣ ਦੇਖ ਕੇ ਮੈਨੂੰ ਹੱਸੇ ਨੇ। ਇਹ ਸਭ ਦੇ ਸਭ ਚਮਾਰ ਨੇ, ਚੰਮ ਦੀ ਪਰਖ ਕਰਨ ਵਾਲੇ। ਹੋਰ ਕੋਈ ਵਿਦਵਾਨ ਨਹੀਂ ਹੈ। ਇਹ ਕੋਈ ਕਲਮ ਦੇ ਧਨੀ ਨਹੀਂ ਹੈ। ਇਹ ਕੋਈ ਪੂਰਨ ਬ੍ਰਹਮ ਗਿਆਨੀ ਬੰਦੇ ਨਹੀਂ ਹੈ ਜਿਹੜੇ ਤੂੰ ਜੇਲ੍ਹ ਦੇ ਵਿੱਚ ਰੱਖੇ ਹੋਏ ਨੇ। ਇਹ ਚੱਕਰ ਦੇ ਵਿੱਚ ਨਾ ਰਹਿਣਾ। ਚੰਮ ਦੀ ਪਰਖ ਕਰਨ ਵਾਲਾ ਚਮਾਰ, ਉਸਨੂੰ ਪੁਰਾਤਨ ਸਮਿਆਂ ਦੇ ਵਿੱਚ ਜਿਹੜਾ ਸੀ, ਇਹ ਕੁਝ ਨਾ ਨਾਮ ਰੱਖੇ ਹੁੰਦੇ ਸਨ। ਬੰਦੇ ਦੀ ਹੈਸੀਅਤ ਦੇਖ ਕੇ, ਉਸਦੇ ਕੰਮ ਦੇਖ ਕੇ, ਉਹਦਾ ਬੋਲਣਾ ਦੇਖ ਕੇ, ਉਹਦਾ ਚੱਲਣਾ ਦੇਖ ਕੇ, ਹੱਥਾਂ ਪੈਰਾਂ ਦੇ ਨਾਲ ਉਹਦਾ ਕੰਮ ਧੰਦਾ ਕਰਨਾ ਵੇਖ ਕੇ ਉਹਦੇ ਹੀ ਨਾਮ ਜਿਹੜੇ ਸੀ ਰੱਖੇ ਜਾਂਦੇ ਸਨ। ਅੱਜ ਦੇ ਜਿਹੜੇ ਸਮੇਂ ਦੇ ਵਿੱਚ ਬੱਚਿਆਂ ਦੇ ਨਾਮ ਰੱਖੇ ਜਾਂਦੇ ਨੇ, ਉਹ ਇੰਟਰਨੈਟ ਦੇ ਯੁੱਗ ਦੇ ਜ਼ਰੀਏ ਰੱਖੇ ਜਾਂਦੇ ਹਨ, ਜਾਂ ਬਹੁਤੇ ਗੁਰਮੁਖ ਸੱਜਣ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਫਿਰ ਉਹਨਾਂ ਦਾ, ਬੱਚਿਆਂ ਦਾ, ਆਪਣਿਆਂ ਦਾ ਨਾਮ ਹੈ ਜਿਹੜਾ ਉਹ ਰੱਖਦੇ ਨੇ। ਪਰ ਪੁਰਾਤਨ ਸਮੇਂ ਦੇ ਵਿੱਚ ਇਹ ਸਾਰਾ ਕੁਝ ਨਹੀਂ ਹੁੰਦਾ ਸੀਗਾ। ਆਪ ਜੀ ਜਿਹੜੇ ਬਜ਼ੁਰਗ ਨੇ, ਤੁਹਾਨੂੰ ਪਤਾ ਹੋਣਾ ਕਿ ਅੱਜ ਤੋਂ 100 ਸਾਲ ਪਹਿਲਾਂ ਐਸਾ ਨਹੀਂ ਹੁੰਦਾ ਸੀ। ਉਦੋਂ ਜ਼ਮਾਨਾ ਹੋਰ ਸੀ। ਖੈਰ, ਰਵਿਦਾਸ ਭਗਤ ਜੀਆਂ ਦੇ ਵਡੇਰੀ ਉਮਰ ਦਾ ਮਾਨ ਸ਼੍ਰੋਮਣੀ ਭਗਤ ਉਹਨਾਂ ਨੂੰ ਆਖਿਆ ਜਾਂਦਾ ਹੈ। ਗੁਰੂ ਦੇ ਗੁਰਬਾਣੀ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਸ਼ਬਦ ਨੇ, ਜਿਹੜੇ ਮਨੁੱਖ ਨੂੰ ਜਦੋਂ ਪੜ੍ਹਦਾ ਹੈ ਜਾਂ ਮਨੁੱਖ ਸੁਣਦਾ ਹੈ ਤੇ ਬੜੀ ਕੋਮਲਤਾ ਭਰੇ ਸ਼ਬਦ ਨੇ। ਰਵਿਦਾਸ ਭਗਤ ਜੀਆਂ ਦਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ, ਰਾਮ ਗੁਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਮੇਰੀ ਹਰहों ਬਿਪਤ ਜਨ ਕਰੋ ਸੋ ਭਾਈ, ਚਰਨ ਨਾ ਛਾਡਾਂ ਸਰੀਰ ਕਲ ਜਾਈ, ਕਹੋ ਰਵਿਦਾਸ ਪਰੋ ਤੇਰੀ ਸਾਂਭਾ, ਬੇਗ ਮਿਲੋ ਜਨ ਕਰਨਾ ਬਿਲੰਬਾ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਕਤਾ ਨਾ ਤਰਸ ਜਵਾਲ। ਇਹ ਲੰਮੇ ਚੌੜੇ ਸ਼ਬਦ ਰਵਿਦਾਸ ਭਗਤ ਦੇ ਆਉਂਦੇ ਨੇ। ਪਰ ਕਰੀਏ ਕੀ? ਦੁਨੀਆ ਨੇ ਰਵਿਦਾਸ ਦੇ ਸ਼ਬਦਾਂ ਨੂੰ ਗੁਰਬਾਣੀ ਵਿੱਚੋਂ ਕੱਢ ਕੇ ਕੰਧਾਂ 'ਤੇ ਲਿਖ ਲਿਆ ਹੈ, ਪੋਸਟਰਾਂ 'ਤੇ ਛਪਾ ਕੇ ਰਵਿਦਾਸ ਭਗਤ ਦੀ ਇੱਕ ਤਸਵੀਰ ਬਣਾ ਲਈ ਹੈ। ਉਹਨਾਂ ਦੇ ਕੋਲ ਥੋੜ੍ਹੀਆਂ ਜਿਹੀਆਂ ਜੁੱਤੀਆਂ ਰੱਖ ਦਿੰਦੇ ਨੇ, ਉਹਨਾਂ ਦੇ ਕੋਲ ਥੋੜ੍ਹੇ ਜਿਹੇ ਸੰਦ ਰੱਖ ਦਿੰਦੇ ਨੇ, ਆਸਣ ਲੱਗਿਆ ਹੁੰਦਾ ਹੈ ਨੰਗਾ, ਉਹਨਾਂ ਦਾ ਸਿਰ ਰੱਖ ਦਿੰਦੇ ਨੇ, ਕਹਿੰਦੇ ਜੀ ਇਹ ਰਵਿਦਾਸ ਭਗਤ ਦੀ ਤਸਵੀਰ ਹੈ। ਇਹ ਤਸਵੀਰਾਂ ਬਣਾਉਣ ਵਾਲੇ ਮੁਸ਼ੱਰਫ ਉਤੋਂ ਉਸ ਵਕਤ ਕਦੋਂ ਸਨ ਜੀ? ਵੱਡੀਆਂ ਵੱਡੀਆਂ ਤਸਵੀਰਾਂ ਉਲੀਕੀਆਂ ਜਾਂਦੀਆਂ ਨੇ ਉਹਨਾਂ ਦੀਆਂ। ਕਦੇ ਦੇਖਿਆ ਸੀ ਰਵਿਦਾਸ ਭਗਤ ਨੂੰ ਕਿਸੇ ਨੇ? ਦੁਨੀਆ ਨੇ ਕੀ ਕੀਤਾ ਹੈ, ਬੋਲਦੇ ਹੋਏ ਭਗਤਾਂ ਨੂੰ ਰਵਿਦਾਸ ਭਗਤ ਜੀ, ਜੇ ਅਸੀਂ ਅੱਜ ਕਹੀਏ ਨਾ ਅਸੀਂ ਰਵਿਦਾਸ ਭਗਤ ਦੇ ਨਾਲ ਗੱਲਾਂ ਕਰਨੀਆਂ ਨੇ, ਜਦ ਮਰਜ਼ੀ ਕਰ ਲਓ, ਰਵਿਦਾਸ ਭਗਤ ਜੀ ਬੋਲਦੇ ਹਨ। ਜਦ ਮਰਜ਼ੀ ਗੱਲਾਂ ਕਰ ਲਓ, ਸੁੱਖ ਦੁੱਖ ਕਰ ਲਓ, ਕੋਈ ਵੀ ਗੱਲਬਾਤ ਕਰੋ, ਆਪਣੀ ਦੱਸੋ, ਰਵਿਦਾਸ ਭਗਤ ਦੀ ਸੁਣੋ। ਪਰ ਇਹਨਾਂ ਦੇ ਬੋਲਾਂ ਦੇ ਵਿੱਚੋਂ ਕੱਢ ਕੇ ਜਾਂ ਤੇ ਤਸਵੀਰਾਂ ਦੇ ਵਿੱਚ ਐਡਿਟ ਕਰ ਦਿੱਤੇ ਹੈ ਜਾਂ ਬੁੱਤ ਬਣਾ ਦਿੱਤੇ ਨੇ। ਹੁਣ ਨਾ ਤੇ ਬੁੱਤ ਬੋਲਦਾ ਹੈ,
ना तस्वीर बोलती है। दुनिया बुत्तां नूं भी मत्थे टेक लैंदी है, दुनिया तस्वीरां नूं भी मत्थे टेक लैंदी है। कमाल की गल है कि जिथे रविदास भगत जी बैठे बोलते ने उन्हां दी गल कोई सुनने वास्ते तैयार नहीं है, उक्का ही कोई तैयार नहीं है। ऐ भगत असी तैनूं पूजना जरूर है, ये नहीं है भी नहीं पूजांगे, पूजांगे जरूर, पर तेरी असी कोई गल नहीं सुननी कि अक्सर तुसी सानू कहना की चाहुंदे। उन्हां दे नाल सारी दी सारी दुनिया ऐसे तरीके दे नाल उन्हां दे जिहड़े है दिहाड़े मना रही है। और सारी दी सारी दुनिया ने आपो अपने जिहड़े ने, कोई कहंदा जी आ भगत साडा होया सी, कोई कहंदा है भगत साडा होया सी। अमृत वेले जदों जपजी साहब पढ़ने ही नहीं तो फिर पता भी की लगे भी किहड़ा भगत किहदा होया सी, की पता लगे, की पता लगेगा। जब पढ़ना ही नहीं किसी ने पढ़े है तो पढ़ के उन्हां दी गल नूं कदे सुनिया ही नहीं है। जे कदी सुन लेंदे मन लेंदे गुरु नानक दी गल नूं ते अज दे अजोके दे समय दे विच एक कर्म होना सी कि सारे भगत सारे भट्ट सारे गुरु साहिबान खुद साडे घरां दी आप राखी करया करदे जे कदे गल रब दी मन लैंदे ते। पर रब दी गल नहीं मनी, दुनिया दी गल कठोरता भरियां गल्लां जिहड़ियां ने ओह मन लईआं। अज सब दे दिल जिहड़े ने ओह पत्थर जैसे हो चुके ने, कोमलता किसी दे अंदर नहीं रही है। ते चेते रखना कि जिन्हां दे अंदर कठोरता चली गई, भावें किन्नियां बाहां खड़ खड़ खड़ियां कर करके अपना रौला पाउंदा रहे, मैं रब दा भगत हां, कदे मन्निया नहीं जावेगा। रब दे भगत उन्हां दे अंदर कोमलता होवेगी। गुरबाणी नूं जद भी कोई पढ़दा है, बड़े मिठत नीवी नानका गुण चंगियाइयां तत। गुरु साहिब जी महाराज कहंदे ये तैनूं शिंगार बख्शे ने परमात्मा दे, मिठा बोलना न्यों के जग चलना। पर भगत रविदास जिन्ना मिठा बोलना, उन्हां जिन्नी निमरता रखनी किसी दे बस दा रोग नहीं है। उंज भावें कोई किवें भी आखी जावे, पर गुरबाणी दे विच जद शब्द किन्ने रविदास भगत दे पढ़दे सुनदे आ, जद श्री अखंड पाठ साहिब जां सहज पाठ होंदे ने, उन्हां दे विच बड़े शब्द आउंदे ने गुरबाणी दे विच रविदास भगत जियां दे। तो मनुख दे अंदर जिहड़ी है कठोरता निकलदी है, कोमलता मनुख दे अंदर पैदा होंदी है, निमरता इन्नी पैदा होंदी है। गजब दी गल है कि रविदास भगत जी कदे किसी दे मुखड़े वल उन्होंने तकिया ही नहीं सी, केवल ते केवल पैरां तक ही नज़र रखते सन। ते भगत एडे वड्डे होए कि उन्हां दे आसन थल्ले दी भी नदियां वहंदियां सन। आसन थल्ले दी भी ऐ नदियां दे वहन उन्हां दी शरण भरदे सन। वड्डे वड्डे राजे महाराजे उन्हां दे अग्गेों झुकदे सन, पर फिर भी उन्हां दे विच कदे कठोरता नहीं आई, निमरता बहुत सी। सो गुरु साहिब जी महाराज किरपा करन। बाकी दा जो रहिंदा होया समा है वो आपां कल नूं सरवण करांगे, क्योंकि अपने कोल समा सीमित ही हुंदा है। जद नूं कोई गल दी कुंडी खुल्लण लगदी है, उदों नूं अपना समा इजाजत नहीं आपां नूं दिंदा। गुरु साहिब जी महाराज किरपा करन। समाप्ति का टाइम, भुल्लां चुक्कां दी खिमा, आईयां संगतां दा धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।